कोई TS1 फार्म ਜਿਹੜੇ ਕਿ 13 ਤੋਂ ਬੰਦ ਆ ਉਹਦੇ ਬੇਸ ਤੇ ਕਮੇਟੀ ਜਿਹੜੀ ਆ ਇਲੀਗਲੀ ਪੈਸਾ ਆਪਣੀ ਜੇਬ 'ਚ ਪਾ ਰਹੀ ਹੈ। ਅਸੀਂ ਕਹਾਂਗੇ ਵੀ ਸਭ ਤੋਂ ਪਹਿਲਾਂ ਤਾਂ ਕਮੇਟੀ ਇੱਥੇ ਕਾਰਪੋਰੇਸ਼ਨ ਭੰਗ ਕਰੋ ਤੇ ਲੋਕਾਂ ਦਾ ਨੁਕਸਾਨ ਕਰ ਰਹੀ ਆ। ਇਲੀਗਲ ਇਨਕਰੋਚਮੈਂਟ ਦੇ ਅਗੇਂਸਟ ਆ ਮੈਂ। ਕਮੇਟੀ ਨੂੰ ਜਿਹੜਾ ਨੁਕਸਾਨ ਕਮੇਟੀ ਖਜ਼ਾਨੇ ਨੂੰ ਪਹੁੰਚਾ ਰਹੀ ਉਹਦੇ ਮੈਂ ਡੈਡਲੀ ਅਗੇਂਸਟ ਹੈਗੀ ਆ। ਇਹ ਓਨਰਸ਼ਿਪ ਨਹੀਂ ਹੋਣ ਦੇ ਬਾਵਜੂਦ ਕੰਸਟਰਕਸ਼ਨ ਕਰ ਦਿੱਤੀ ਗਈ, ਕਿਸੇ ਹੋਰ ਓਨਰ ਦੇ ਉੱਪਰ ਸ਼ਾਪ ਵਾਲੇ ਵੱਲੋਂ ਕੰਸਟਰਕਸ਼ਨ ਹੋ ਗਈ ਹੈ। ਹੁਣ ਇਹ ਤੋਂ ਵੱਧ ਅਸੀਂ ਗੁੰਡਾ ਰਾਜ ਕਿਹਨੂੰ ਕਵਾਂਗੇ ਦੱਸੋ? ਬਰਾਂਡੇ ਨਹੀਂ ਵਿੱਚ ਅੱਗੇ ਬਰਾਂਡੇ ਜਿਹੜੇ ਸੀਗੇ ਉਹ ਵੀ ਸਾਡੇ ਆ। ਜਨਤਾ ਦੇ ਚੱਲਣ ਫਿਰਨ ਲਈ ਸੀ। ਲੇਕਿਨ ਇਹਨਾਂ ਨੇ ਬਰਾਂਡੇ ਵੀ ਬੰਦ ਨੇ। ਆਜੋ ਜੀ ਦੇਖ ਲਈਏ ਜਰਾ ਅੱਗੇ ਕਿੰਨਾ ਤੁਹਾਨੂੰ ਇਹਨਾਂ ਨੇ ਮਾਲਕੀ ਕਿੰਨੀ ਵੇਚੀ ਸੀਗੀ ਇਹਨਾਂ ਨੇ। ਜੱਗੀ ਸਾਹਿਬ ਨੇ ਤੁਹਾਨੂੰ ਕਿੰਨੀ ਮਾਲਕੀ ਵੇਚੀ ਸੀਗੀ ਜਗ੍ਹਾ ਦੀ? ਕੀ ਦੁਕਾਨਾਂ ਕਿੰਨੇ ਬਾਈ ਕਿੰਨੇ ਦੀ ਦਿੱਤੀ ਸੀਗੀ? 13 ਬਾਈ 25 ਦੀ। ਇਹ ਬਰਾਂਡੇ ਇਹਨਾਂ ਦੀ ਮਾਲਕੀ ਹੈ ਨਾ? ਆ ਬਰਾਂਡੇ ਸਾਡੀ ਮਾਲਕੀ ਆ। ਮਾਲਕ ਦੀ ਮਾਲਕੀ ਹੈ ਨਾ। ਦੇਖੋ ਆਪਾਂ ਸੱਚ ਤੇ ਚੱਲਣਾ ਹੈਗਾ। ਜਿਸ ਤੁਹਾਡੇ ਨਾਲ ਕੋਈ ਝਗੜਾ ਨਹੀਂ ਕਰਨਾ ਹੈ, ਮਾਲਕੀ ਸਾਡੀ ਆ ਨਾ। ਬਰਾਂਡੇ ਰਜਿਸਟਰੀਆਂ 'ਚ ਲਿਖਿਆ ਹੋਇਆ ਨਾ, ਤੁਹਾਡੀ ਹਰ ਰਜਿਸਟਰੀ 'ਚ ਲਿਖਿਆ ਹੋਇਆ ਬਰਾਂਡੇ ਸਾਡੇ। ਰਜਿਸਟਰੀ ਦੇ ਵਿੱਚ ਇਹ ਨਹੀਂ ਲਿਖਿਆ ਵੀ ਮਾਲਕ ਨਹੀਂ, ਉਦਾਂ ਲਿਖਿਆ ਵੀ ਪਬਲਿਕ ਵਾਸਤੇ। ਪਬਲਿਕ ਵਾਸਤੇ ਹੈ, ਲੇਕਿਨ ਆਪਾਂ ਇਹਨੂੰ ਉਹਦੇ 'ਚ ਕਨਵਰਟ ਕਰ ਲਿਆ, ਆਪਣੀ ਦੁਕਾਨ ਦਾ ਇੱਕ ਹਿੱਸਾ ਬਣਾ ਲਿਆ, ਇਹਨੂੰ ਕਵਰ ਕਰ ਲਿਆ। ਸਾਰੇ ਦੇਖੋ ਕੀਤਾ ਇਹਦਾ ਮਤਲਬ ਕਮੇਟੀ ਗਲਤ ਕਰਾ ਰਹੀ ਹੈ ਨਾ। ਕਮੇਟੀ ਨੇ ਕੀਤਾ ਜਦੋਂ ਆਪਾਂ ਨੂੰ ਇਹ ਨਕਸ਼ਾ ਮਿਲਿਆ ਹੈਗਾ, ਜਿੰਨੀ ਮਾਲਕੀ ਮਿਲੀ ਹੈ, ਜਿੰਨਾ ਦੇਖੋ ਆਪਾਂ ਜੋ ਰਜਿਸਟਰੀ 'ਚ ਲਿਖਿਆ ਹੈਗਾ ਵੀ 25 ਬਾਈ 11 ਕਵਰ ਕਰ ਜਿਹੜਾ ਕੀਤਾ ਪਬਲਿਕ ਵਾਸਤੇ ਬਣਿਆ ਹੋਇਆ। ਇਹ ਪਬਲਿਕ ਪਾਥ ਸੀਗਾ ਜਿਹੜਾ ਇਹਨਾਂ ਨੇ ਬਰਾਂਡਾ ਛੱਡਿਆ, ਲੇਕਿਨ ਪਬਲਿਕ ਪਾਥ ਅਸੀਂ ਖਤਮ ਕਰਤਾ। ਕਮੇਟੀ ਨੇ ਕੋਈ ਐਕਸ਼ਨ ਨਹੀਂ ਲਿੱਤਾ ਇਸ ਚੀਜ਼ ਦੇ ਬਾਰੇ। ਦੇਖੋ ਇਹ ਬਰਾਂਡੇ ਸੀਗੇ ਤਾਂ ਕਿ ਕੋਈ ਸ਼ਾਪਿੰਗ ਲਈ ਆਵੇ ਤੇ ਆਰਾਮ ਦੇ ਨਾਲ ਗਰਮੀ ਦੇ ਵਿੱਚ ਇਸ ਏਰੀਆ 'ਚ ਘੁੰਮ ਕੇ ਪਰਚੇਜ਼ਿੰਗ ਕਰ ਸਕੇ। ਬਸ ਬੇਸਿਕ ਤਾਂ ਇਹੀ ਹੁੰਦਾ ਹੈ ਕਿ कोई शॉपिंग करने आ रहा है इस मार्केट गर्मी और बारिश के विचों फ्रीली मूव करके ਇਹਨਾਂ ਬਰਾਂਡਿਆਂ ਦੇ ਵਿੱਚੋਂ ਮੂਵ ਕਰ ਸਕਦੇ। ਮੈਮ ਅਸੀਂ ਫਿਰ ਸ਼ੈੱਡ ਵੀ ਪ੍ਰੋਵਾਈਡ ਕੀਤੀ ਆ ਉਹਨਾਂ ਵਾਸਤੇ। ਕਾਹਦੇ ਵਾਸਤੇ? ਸ਼ੈੱਡ ਵੀ ਉਹਨਾਂ ਵਾਸਤੇ ਇਹ ਮਾਲਕੀ ਉਹਨਾਂ ਦੀ ਬੰਦ ਕਰਵਾ ਰਹੀ ਹੈ। ਇਹ ਪਾਰਕਿੰਗ ਜਿਹੜੀ ਹੈ ਸਾਰੀ ਸਾਡੀ ਛੱਡੀ ਹੋਈ ਹੈਗੀ ਹੈ, ਕਿਸੇ ਦੀ ਸਾਡੀ ਆਪਣੀ ਮਾਲਕੀ। ਓਨਰਸ਼ਿਪ ਆ ਜੀ, ਅੱਜ ਵੀ ਫਿਰ ਰਿਪੀਟ ਕਰ ਰਹੇ ਹਾਂ। ਇਹ ਸਾਡੀ ਓਨਰਸ਼ਿਪ ਆ, ਓਨਰਸ਼ਿਪ ਇਹ ਉਹਨਾਂ ਦੀ ਓਨਰਸ਼ਿਪ ਉਹਨਾਂ ਹੈ। ਵਾਸਤੇ ਆ। ਇਹ ਕੋਈ ਇਦਾਂ ਨਹੀਂ ਸਮਾਨ ਇੱਟਾਂ ਰੱਖ ਲਓ। ਦੇਖੋ ਇਹ ਵੀ ਜੋ ਤੁਸੀਂ ਕੀਤਾ ਇਹ ਵੀ ਨਜਾਇਜ਼ ਹੀ ਕੀਤਾ ਹੋਇਆ ਨਾ। ਤੁਸੀਂ ਆਪਣੇ ਉੱਤੇ ਹੈਗੇ ਤੁਹਾਡੇ ਬਰਾਂਡੇ, ਇਹਨਾਂ ਨੂੰ ਬਰਾਂਡੇ ਦਿੱਤੇ ਸੀ ਕਰਕੇ ਦਿੱਤੇ ਸੀ, ਇਹਦੀ ਵਰਤੋਂ ਕਿੰਨੀ ਜਗ੍ਹਾ ਤੇ ਕਿਸਾ ਕੀ ਤੇ ਜਿਹੜਾ ਕਿ ਮੌਕੇ ਤੇ ਜਿਹੜੀ ਕਿ ਜੱਗੀ ਮਾਰਕੀਟ ਦੇ ਵਿੱਚ ਵਿਜ਼ਿਟ ਕੀਤੀ ਆ ਤਾਂ ਤੁਸੀਂ ਦੇਖਿਆ ਕਿ ਜਿਹੜਾ ਕਿ ਮਾਲਕਾਂ ਵੱਲੋਂ ਵੀ ਆ ਕੇ ਆਪਣੀ ਦਰਖਾਸਤ ਜਿਹੜੀ ਕਿ ਇੱਕ ਆਪਣੀ ਦੁਖਦ ਭਰੀ ਦਾਸਤਾਨ ਤੁਹਾਨੂੰ ਬਿਆਨ ਕੀਤੀ ਕਿ ਨਗਰ ਨਿਗਮ ਦੀ ਮਿਲੀ ਭੁਗਤ ਕਰਕੇ ਤਾਂ ਸਾਰੇ ਮਤਲਬ ਕਿ ਮਾਰਕੀਟ ਦੇ ਉੱਤੇ ਉਹਨਾਂ ਨੇ ਕਬਜ਼ਾ ਕਰ ਲਿਆ ਪਿਆ ਲੋਕਾਂ ਦੁਆਰਾ। ਤਾਂ ਤੁਸੀਂ ਕਿੱਦਾਂ ਦੇਖਦੇ ਹੋ? ਮੈਂ ਤਾਂ ਸਭ ਤੋਂ ਜ਼ਿਆਦਾ ਮੈਨੂੰ ਇੰਨਾ ਦੁੱਖ ਲੱਗਦਾ ਹੈ ਨਾ ਕਿ ਕਪੂਰਥਲਾ ਇੱਕ ਸਿਰਫ ਜੰਗਲ ਰਾਜ ਹੈ। यानी कि इन्नी इलीगल कंस्ट्रक्शन इत्थे अलाउ की है कमेटी ने। किस प्रैशर च या केड़ा उन्होंने गेन है जिस करके कमेटी कोई नक्शा नहीं चेक कर रही, कोई नक्शा नहीं पास हो रहा। ये बिल्डिंग मालकां दे हिसाब दे नाल 25 फुट लंबी, 13 फुट चौड़ी ते 11 फुट उचाई तक बेची गई है। रूफ उन्हां दी हैगी है, लेकिन फिर भी उन्हां दी मालकी दे उत्ते कमेटी शरेआम ਧੱਕਾ ਕਰਾ ਕੇ ਕੰਸਟਰਕਸ਼ਨ ਕਰਾ ਰਹੀ ਹੈਗੀ। ਮੈਡਮ ਇਸ ਸੰਬੰਧੀ ਹੁਣ ਤੁਹਾਡੇ ਵੱਲੋਂ ਤੁਹਾਡੀ ਪਾਰਟੀ ਵੱਲੋਂ ਕੀ ਨਗਰ ਨਿਗਮ ਐਕਸ਼ਨ ਕੋਈ ਲਿੱਤਾ ਜਾਊਗਾ? ਬਿਲਕੁਲ ਦੇਖੋ ਮੈਂ ਤਾਂ ਕਮੇਟੀ ਜਗਾਉਂਗੀ। ਕੁਐਸਚਨ ਹੈ ਇੱਥੇ ਤੱਕ ਹੈ ਕਿ ਇਹ ਕਮੇਟੀ ਇੱਥੇ ਕਾਰਪੋਰੇਸ਼ਨ ਬਣਦੀ ਨਹੀਂ ਚਾਹੀਦੀ ਸੀਗੀ। ਕਾਰਨ ਕਿ ਨਾ ਤਾਂ ਇੱਥੇ ਏਰੀਆ ਵਧਿਆ ਵਾ, ਨਾ ਇੱਥੇ ਇਨਕਮ ਵਧੀ ਹੈਗੀ ਆ। ਰਾਦਰ ਕਪੂਰਥਲੇ ਦੀ ਇਨਕਮ 2 ਨੰਬਰ ਦੇ ਵਿੱਚ ਲੋਕਾਂ ਦੀ ਜੇਬ 'ਚ ਜਾ ਰਹੀ ਹੈ। ਮੈਡਮ ਤੁਸੀਂ ਕਿੱਦਾਂ ਦੇਖਦੇ ਕਿ ਜਿਹੜੀ ਕਿ 6 ਸਾਲ ਤੋਂ ਜਿਹੜਾ ਕਿ ਇੱਕ ਰੈਵਨਿਊ ਦਾ ਵੀ ਨੁਕਸਾਨ, ਉਹੀ ਤਾਂ ਕਹੀ ਵੀ ਜਿਹੜਾ ਖਜ਼ਾਨੇ ਦਾ ਪੈਸਾ ਵਾ ਉਹ ਕਮੇਟੀ ਲੋਕਾਂ ਦੀ ਜੇਬ 'ਚ ਪਹੁੰਚਾ ਰਹੀ ਜਾਂ ਆਪਣੀ ਜੇਬ 'ਚ ਪਹੁੰਚਾ ਰਹੀ ਹੈਗੀ। ਇਹ ਤੁਸੀਂ ਮੰਨਦੇ ਕਿ ਜੇ ਕਿ ਐਕਸਟਰਾ ਬੋਝ ਜਿਹੜਾ ਕਮੇਟੀ ਦੇ ਪੈ ਰਿਹਾ ਕਿ ਸ਼ਹਿਰ ਤੇ ਪੈ ਰਿਹਾ? ਕਮੇਟੀ ਖਜ਼ਾਨੇ ਤੇ ਪੈ ਰਿਹਾ, ਲੋਕਾਂ ਤੇ ਪੈ ਰਿਹਾ। ਲੋਕੀ ਟੈਕਸ ਦੇ ਰਹੇ ਆ, ਲੋਕੀ ਟੈਕਸ ਦੇ ਰਹੇ। ਉਹ ਟੈਕਸ ਖਜ਼ਾਨੇ 'ਚ ਜਾਣਾ ਜਿਹੜਾ ਕਿ ਲੋਕਾਂ ਦੇ ਘਰਾਂ 'ਚ ਆਉਣਾ ਹੈਗਾ। ਕਮੇਟੀ ਬਜਾਏ ਕਿ ਉਹ ਟੈਕਸ ਇਕੱਠਾ ਕਰਨ ਦੀ ਬਜਾਏ, ਜਿੱਦਾਂ ਹੁਣ ਇਹਨਾਂ ਨੇ ਜਿਹੜੀ ਦੁਕਾਨ ਵੇਚੀ ਸੀਗੀ ਉਹ 25 ਫੁੱਟ ਤੱਕ ਵੇਚੀ ਸੀਗੀ, ਪਿੱਛੇ ਫਿਰ ਵੇਚਿਆ ਸੀਗਾ ਵੀ ਵਿੱਚ ਕੋਈ ਹੋਲਡ ਨਹੀਂ ਕਰ ਸਕਦੇ, ਕੁਝ ਨਹੀਂ ਕਰ ਸਕਦੇ। ਕਮੇਟੀ ਦੀ ਮਿਲੀ ਭੁਗਤ ਦੇ ਨਾਲ ਇਹਨਾਂ ਨੇ ਜਿਹੜੀ ਸੀਗਾ ਰੈਜ਼ੀਡੈਂਸ਼ੀਅਲ ਏਰੀਆ ਲੈ ਕੇ
ਵਿੱਚ ਮਿਕਸ ਕਰ ਲਿੱਤਾ, ਕਮਰਸ਼ੀਅਲ ਬਿਲਡਿੰਗ 'ਚ ਕਰ ਦਿੱਤਾ। ਮਾਲਕ ਨੂੰ ਵੀ ਨੁਕਸਾਨ ਹੈ। ਅਗਰ ਇਹ ਰੈਜ਼ੀਡੈਂਸ਼ੀਅਲ ਏਰੀਆ ਨੂੰ ਕਮਰਸ਼ੀਅਲ 'ਚ ਕਨਵਰਟ ਕਰਨਾ ਸੀ ਤੇ ਖਜ਼ਾਨੇ ਨੂੰ ਪੈਸਾ ਜਾਣਾ ਸੀ ਰਜਿਸਟਰੀ ਤੋਂ ਪਹਿਲਾਂ। ਕੋਈ TS1 ਫਾਰਮ ਜਿਹੜੇ ਕਿ 13 ਤੋਂ ਬੰਦ ਆ, ਉਹਦੇ ਬੇਸ ਤੇ ਕਮੇਟੀ ਜਿਹੜੀ ਆ ਇਲੀਗਲੀ ਪੈਸਾ ਆਪਣੀ ਜੇਬ 'ਚ ਪਾ ਰਹੀ ਹੈਗੀ ਆ ਤੇ ਲੋਕਾਂ ਦਾ ਨੁਕਸਾਨ ਕਰ ਰਹੀ ਆ। ਇਲੀਗਲ ਇਨਕਰੋਚਮੈਂਟ ਦੇ ਅਗੇਂਸਟ ਆ ਮੈਂ। ਕਮੇਟੀ ਨੂੰ ਜਿਹੜਾ ਨੁਕਸਾਨ ਕਮੇਟੀ ਖਜ਼ਾਨੇ ਨੂੰ ਪਹੁੰਚਾ ਰਹੀ, ਉਹਦੇ ਮੈਂ ਡੈਡਲੀ ਅਗੇਂਸਟ ਹੈਗੀ ਆ। ਮੈਂ ਕਿੰਨੇ ਕਿੱਦਾਂ ਮਤਲਬ ਕਿ ਕਿੰਨੇ ਜਲਦੀ ਤੋਂ ਜਲਦੀ ਐਕਸ਼ਨ ਲਿੱਤਾ ਜਾਊਗਾ ਦੇਖੋ, ਕਿ ਜਿਹੜਾ ਇਹ ਚੀਜ਼- ਭ੍ਰਿਸ਼ਟ ਮਤਲਬ ਇਹ ਜਿਹੜਾ ਭ੍ਰਸ਼ਟਾਚਾਰ ਆ ਉਹਦਾ ਐਕਸ਼ਨ ਅਸੀਂ CM ਸਾਹਿਬ ਤੱਕ ਪਹੁੰਚਾਵਾਂਗੇ। ਕਾਰਨ ਕੀ ਹੈ, ਕਾਰਪੋਰੇਸ਼ਨ ਦੀ ਵਜ੍ਹਾ ਕਰਕੇ 50 MCs ਦੇ ਸਾਨੂੰ ਨਜਾਇਜ਼ ਜਿਹੜੀਆਂ ਤਨਖਾਹਾਂ ਦੇਣੀਆਂ ਪੈ ਰਹੀਆਂ ਹੈਗੀਆਂ, ਜਦ ਕਿ ਨਾ ਤਾਂ ਏਰੀਆ ਵਧੀਆ ਹੋਇਆ ਤੇ ਨਾ ਇਨਕਮ ਵਧੀ ਆ। ਇਨਕਮ ਉਲਟਾ ਘਟਾਈ ਜਾ ਰਹੀ ਹੈਗੀ ਆ ਦਿਨੋਂ ਦਿਨ। ਤੇ ਇਹ ਜਿਹੜਾ ਪੈਸਾ ਵਾ ਰੈਜ਼ੀਡੈਂਸ਼ੀਅਲ ਨੂੰ ਕਮਰਸ਼ੀਅਲ 'ਚ ਕਨਵਰਟ, ਉਹ ਸਭ ਜਿਹੜੇ ਭ੍ਰਸ਼ਟਾਚਾਰ ਵਾਲੇ ਬੈਠੇ ਹੈਗੇ ਨੇ ਕੁਛ ਆਫਿਸਰਸ, ਉਹਨਾਂ ਦੀ ਜੇਬਾਂ 'ਚ ਜਾ ਰਿਹਾ ਹੈਗਾ। ਅਗਰ ਇਹ ਚੀਜ਼ ਕਮੇਟੀ ਪ੍ਰੋਪਰ ਕੰਮ ਕਰੇ, ਕੁੰਭਕਰਨ ਦੀ ਨੀਂਦ ਨਾ ਸੋਵੇ, ਸੁੱਤੀ ਨਹੀਂ ਪਈ ਹੈਗੀ, ਅੱਖਾਂ ਬੰਦ ਕੇ ਕੰਮ ਕਰਕੇ ਆਪਣੀਆਂ ਜੇਬਾਂ ਭਰ ਰਹੀ ਹੈਗੀ, ਠੀਕ ਹੈ ਨਾ। ਉਹਨੂੰ ਅਸੀਂ ਚਾਹੇ ਪੋਲੀਟੀਕਲ ਪ੍ਰੈਸ਼ਰ ਦਾ ਨਾਂ ਦੇ ਦਈਏ, ਜੋ ਮਰਜ਼ੀ ਨਾਂ ਦੇ ਦਈਏ, ਕੁਐਸਚਨ ਹੈ ਤਾਂ ਉਹ ਸਰਕਾਰੀ ਖਜ਼ਾਨੇ ਨੂੰ ਲੁੱਟ ਰਹੇ ਹੈ ਨਾ। ਇਹੀ ਧਨ ਸਰਕਾਰੀ ਖਜ਼ਾਨੇ 'ਚ ਜਾਵੇ। ਦੂਜਾ, ਮਾਲਕ ਲਈ ਕਿੰਨੀ ਵੱਡੀ ਮੁਸ਼ਕਲ ਹੈ ਕਿ ਉਹਦੇ ਜਾਣ ਬੁੱਝ ਕੇ ਕਮੇਟੀ ਕੋਈ ਨਕਸ਼ਾ ਨਹੀਂ ਪਾਸ ਹੁੰਦੀ, ਕੋਈ ਚੈੱਕ ਨਹੀਂ ਕਰਨ ਆਉਂਦੀ ਪਈ ਹੈਗੀ। ਅਗਰ ਕਮੇਟੀ ਐਕਸ਼ਨ ਲੈਂਦੀ ਹੋਵੇ ਤੇ ਇੱਕ ਸਮੂਥ ਸਿਸਟਮ ਚੱਲੇ। ਕਿ ਇੱਥੇ ਕਿ ਜਿਹੜੀ ਕਿ ਮਾਰਕੀਟ ਨੂੰ ਲੈ ਕੇ ਕਿਸੇ ਪੋਲੀਟੀਕਲ ਪ੍ਰੈਸ਼ਰ ਦੀ ਵੀ ਗੱਲ ਕੀਤੀ ਜਾ ਰਹੀ ਹੈ। ਦੇਖੋ ਭਾਜੀ, ਆਪਾਂ ਤਾਂ ਰਿਕੁਐਸਟ ਹੀ ਕੀਤੀ ਸੀ, ਆਪਾਂ ਬੜੇ ਥਾਵਾਂ ਤੇ ਹੱਥ ਪੈਰ ਮਾਰ ਲਏ। ਇੰਨਾ ਪੋਲੀਟੀਕਲ ਪ੍ਰੈਸ਼ਰ ਦਾ ਆਪਾਂ ਕਹਿ ਨਹੀਂ ਸਕਦੇ ਕਿ ਮਤਲਬ ਸਾਡੇ ਤੇ ਪ੍ਰੈਸ਼ਰ ਜ਼ਰੂਰ ਆਇਆ ਸੀਗਾ ਜਦੋਂ ਇਹ ਇਲੀਗਲ ਕੰਸਟਰਕਸ਼ਨ ਪੂਰੀ ਹੋ ਗਈ। ਇਹ ਤੁਹਾਡੇ ਸਾਹਮਣੇ ਬੜੀ ਸਾਫ਼ ਸੁਥਰੀ ਇੱਕ ਐਗਜ਼ਾਮਪਲ ਆ। ਇਹ ਓਨਰਸ਼ਿਪ ਨਹੀਂ ਹੋਣ ਦੇ ਬਾਵਜੂਦ ਕੰਸਟਰਕਸ਼ਨ ਕਰ ਦਿੱਤੀ ਗਈ, ਕਿਸੇ ਹੋਰ ਓਨਰ ਦੇ ਉੱਪਰ ਸ਼ਾਪ ਵਾਲੇ ਵੱਲੋਂ ਕੰਸਟਰਕਸ਼ਨ ਹੋ ਗਈ ਆ। ਹੁਣ ਇਹ ਤੋਂ ਵੱਧ ਅਸੀਂ ਗੁੰਡਾ ਰਾਜ ਕਿਹਨੂੰ ਕਵਾਂਗੇ ਦੱਸੋ ਤੁਸੀਂ। ਇੱਕ ਮਤਲਬ ਇਹ ਹੁਣ ਤੁਸੀਂ, ਮੈਂ ਆਪਣੇ ਮੂੰਹੋਂ ਨਹੀਂ ਕਹਿ ਸਕਦਾ, ਪਰ ਤੁਸੀਂ ਜਾਣਕਾਰ ਮੇਰੇ ਨਾਲੋਂ ਵਧੀਆ ਹੈਗੇ ਹੋ ਕਿ ਇੰਨਾ ਕਿਸੇ ਦੇ ਸ਼ਹਿ ਦੇ ਬਿਨਾ ਕੋਈ ਨਹੀਂ ਕਰ ਸਕਦਾ। ਇਹਦੇ ਲਈ ਕੋਈ ਤੁਸੀਂ ਗੁਹਾਰ ਲਗਾਈ ਕਿਸੇ ਵੀ ਹਰ ਡਿਪਾਰਟਮੈਂਟ ਨੂੰ ਭਾਜੀ ਗੁਹਾਰ ਲੱਗੀ ਆ। ਇੱਥੇ EO ਸਾਹਿਬ ਨੂੰ ਲੱਗ ਗਈ ਆ, DC ਮੈਡਮ ਨੂੰ ਲੱਗ ਗਈ ਆ, SSP ਤੱਕ ਰਿਕੁਐਸਟ ਸਾਹਿਬ ਨੂੰ, ਸਾਰਿਆਂ ਨੂੰ ਰਿਕੁਐਸਟ ਹੋ ਗਈ ਆ, ਉੱਪਰ ਡਿਪਟੀ ਡਾਇਰੈਕਟਰ ਤੱਕ ਨੂੰ ਰਿਕੁਐਸਟ ਹੋ ਗਈ ਆ। ਕਿਸੇ ਵੱਲੋਂ ਕੋਈ ਐਕਸ਼ਨ ਨਹੀਂ ਲਿੱਤਾ ਗਿਆ ਜੀ। ਐਕਸ਼ਨ ਕਿਸੇ ਵੱਲੋਂ ਕੋਈ ਨਹੀਂ ਤਾਂ ਏਡੀ ਬਿਲਡਿੰਗ ਖੜੀ ਹੋ ਜਾਏ। ਕਿੰਨੇ ਸਾਲ ਹੋ ਗਏ ਤੁਹਾਨੂੰ ਇਹ ਰਿਕੁਐਸਟਾਂ ਕਰਦੇ ਆ? ਇਹ ਸਾਨੂੰ ਸਾਲ ਤਾਂ ਘੱਟੋ ਘੱਟ ਹੋ ਗਿਆ। ਇਹ ਪਰਟੀਕੁਲਰ ਕੇਸ ਦੀ ਗੱਲ ਕਰਦੇ ਹੀ ਸਾਲ ਹੋ ਗਿਆ ਵਾ। ਅੱਜ ਤੁਸੀਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਮੰਜੂ ਰਾਣਾ ਜੀ ਕੋਲ ਆਏ ਹੋ, ਹਾਂਜੀ। ਸੋ ਕੀ ਉਮੀਦ ਲੈ ਕੇ? ਅਸੀਂ ਤਾਂ ਜੀ ਪਹਿਲਾਂ ਹੱਥ ਜੋੜ ਕੇ ਨਿਮਰਤਾ ਨਾਲ ਧੰਨਵਾਦ ਕਰਦੇ ਹਾਂ ਮੈਡਮ ਨੇ, ਜਿਹੜਿਆਂ ਨੇ ਸਾਡੀ ਇੱਕ ਗੱਲ ਸੁਣੀ। ਅਸੀਂ ਬਹੁਤ ਮਤਲਬ ਮਨ ਭਰ ਕੇ ਕਹਿ ਰਹੇ ਹਾਂ ਕਿ ਇਹਨਾਂ ਨੇ ਸਾਡੀ ਰਿਕੁਐਸਟ ਸੁਣੀ। ਇਹ ਵੀ ਨਹੀਂ ਕਿਹਾ ਕਿ ਹੱਲੇ ਕੋਈ ਕੰਮ ਕਰ ਲਿਆ ਕਿ ਨਹੀਂ ਕੀਤਾ। ਮੈਂ ਤਾਂ ਹੱਥ ਜੋੜ ਕੇ ਇਹੀ ਕਹਿ ਰਿਹਾ ਕਿ ਧੰਨਵਾਦ ਇਹਨਾਂ ਦਾ ਜਿਨ੍ਹਾਂ ਨੇ ਸਾਡੀ ਗੱਲ ਸੁਣੀ ਆ ਤੇ ਨਾਲ ਉਸੇ ਵਕਤ ਸਾਡੇ ਆਏ ਆ ਕਿ ਚਲੋ ਇਹ ਉਹਨਾਂ ਨੂੰ ਵੀ ਫੀਲ ਹੋਇਆ ਕਿ ਇਹਨਾਂ ਨਾਲ ਧੱਕਾ ਹੋਇਆ ਵਾ ਤੇ ਉਸੇ ਵਕਤ ਮੌਕੇ ਤੇ ਸਾਡੇ ਨਾਲ ਆਏ ਆ। ਅਸੀਂ ਪਹਿਲੀ ਗੱਲੋਂ ਤਾਂ ਉਸ ਗੱਲੋਂ ਧੰਨਵਾਦ ਆ ਮੈਡਮ ਦੇ। ਬਾਕੀ ਸਾਡੀ ਰਿਕੁਐਸਟ ਛੋਟੀ ਜੀ ਇਹੀ ਆ ਕਿ ਜਿਸ ਪੋਜੀਸ਼ਨ ਦੇ ਵਿੱਚ ਅਸੀਂ ਮਾਰਕੀਟ ਵੇਚੀ ਸੀਗੀ, ਜਿਹੜੀ ਓਰੀਜਨਲ ਕੰਡੀਸ਼ਨ 'ਚ ਆਪਾਂ ਵੇਚੀ ਸੀਗੀ, ਜਿਹੜੀ ਰਜਿਸਟਰੀ ਰਿਟਰਨ ਦੇ ਵਿੱਚ ਹੈਗੀ ਆ, ਸਾਰੇ ਡਾਕੂਮੈਂਟਸ ਹੈਗੇ ਆ, ਇਹਨੂੰ ਓਰੀਜਨਲ ਸਟੇਟ ਦੇ ਵਿੱਚ ਵਾਪਸ ਲਿਆ ਦਿੱਤਾ ਜਾਵੇ ਤਾਂ ਕਿ ਸਾਡੀ ਰਿਕੁਐਸਟ ਬਸ ਗੁਰਬਚਨ ਸਿੰਘ। ਸਰ ਕੀ ਗੱਲ ਹੈਗੀ ਅੱਜ ਮੈਡਮ ਮੰਜੂ ਰਾਣਾ ਇੱਥੇ ਨਾਲ ਤੁਹਾਡੇ ਨਾਲ ਆਏ ਨੇ, ਕੀ ਮਾਮਲਾ ਹੈਗਾ ਸਾਰਾ ਇਸ? ਇਹਦੇ ਕਈ ਗੱਲਾਂ ਹੈਗੀਆਂ ਜੀ। ਇੱਕ ਤਾਂ ਅਸੀਂ ਇਹਨਾਂ ਨੂੰ, ਜਿਹੜੇ ਦੁਕਾਨਦਾਰ ਸੀ, ਅਸੀਂ ਇਹਨਾਂ ਨੂੰ ਵੇਚੀ ਸੀਗੀ 13 ਫੁੱਟ ਬਾਈ 25 ਫੁੱਟ ਜਗ੍ਹਾ ਤੇ ਹਾਈਟ ਜਿਹੜੀ ਸੀ 11 ਫੁੱਟ, ਠੀਕ ਹੈ ਜੀ। ਇਹਨਾਂ ਲੋਕਾਂ ਨੇ ਅੱਗੇ ਬਰਾਂਡੇ ਛੱਡੇ ਸੀ, ਅਸੀਂ ਇਹਨਾਂ ਲੋਕਾਂ ਨੇ ਬਰਾਂਡੇ ਵਿੱਚ ਕਵਰ ਕਰ ਲਏ, ਪਾ ਲਏ। ਪਲੱਸ ਅੱਗੇ ਅਸੀਂ ਪਾਰਕਿੰਗ ਛੱਡੀ ਸੀ ਜਿਹੜੀ 150 ਮਰਲੇ ਦੇ ਉੱਤੇ ਸੀ, ਜਿਹੜੀ ਕਿ ਕਰੋੜਾਂ ਰੁਪਏ ਦੀ ਹੈਗੀ। ਇਹਨਾਂ ਨੇ ਉਹ ਵੀ ਇਹਨੂੰ ਸਾਰੇ ਨੂੰ ਮਿਸਯੂਜ਼ ਕੀਤਾ, ਉਹਦੇ 'ਚ ਆਪਣੇ ਸਮਾਨ ਰੱਖ ਲਿਆ। ਸਰ ਕਿੰਨੇ ਟਾਈਮ ਤੋਂ ਜਿਹੜੀ ਐਕਰੋਚਮੈਂਟ ਹੈ ਜਿਹੜੀ ਵਾਧੂ ਹੋਈ ਪਈ ਆ? ਇਹ ਜਿਹੜੀ ਜੋ ਗਵਰਨਮੈਂਟ ਹੋਈ ਲਗਾਤਾਰ 4-5 ਸਾਲ ਤੋਂ ਕਰੀ ਜਾ ਰਹੇ ਰੋਕੀ ਜਾਂਦੇ। ਅਸੀਂ ਦਿੰਨੇ ਐਪਲੀਕੇਸ਼ਨ ਦਿੱਤੀਆਂ, ਕਮੇਟੀ ਦਿੱਤੀ, ਕਈ ਵਾਰ ਦਿੱਤੀਆਂ, ਕਈ ਵਾਰ ਉਹ ਆਉਂਦੇ ਆ ਕਮੇਟੀ ਉਹ ਦੇਖ ਕੇ ਚਲੇ ਜਾਂਦੇ। ਕੁਛ ਕਿੰਨਾ ਸਰ ਟਾਈਮ ਹੋ ਗਿਆ ਤੁਹਾਨੂੰ ਇਹਨਾਂ ਦੁਕਾਨਾਂ ਵੇਚੀਆਂ ਨੂੰ? ਅਸੀਂ 95 ਚ ਵੇਚੀਆਂ 1995 95 ਤੋਂ ਸ਼ੁਰੂ ਕੀਤੀਆਂ ਸੀ, 95 ਸ਼ੁਰੂ ਕੀਤੀਆਂ, 4-5 ਤੱਕ 6 ਤੱਕ ਵੇਚਦੇ ਰਹੇ। ਤੁਹਾਡੇ ਹਿਸਾਬ ਨਾਲ ਜਿਹੜੇ ਆਹ ਅਪਰੋਚਮੈਂਟ ਹੋਈ ਪਈ ਕਿੰਨੇ ਸਮੇਂ ਤੋਂ ਹੋਈ ਪਈ? ਇਹ ਤਾਂ ਹੁਣ ਵੀ ਹੋ ਰਿਹਾ ਜੀ। ਅੱਜ ਮਤਲਬ ਰੀਸੈਂਟਲੀ ਹੈ, ਅਗਰ ਦੇਖੋਗੇ ਟੋਟਲ ਕਿੰਨੇ ਦੁਕਾਨਾਂ ਵਾ ਇਹ ਮਾਰਕੀਟ ਦੇ ਟੋਟਲ ਵਿੱਚ? 36 ਸ਼ਾਪ, 36 ਦੁਕਾਨਾਂ। ਅੱਛਾ, ਤਾਂ ਜਿਹੜੇ ਪ੍ਰਸ਼ਾਸਨ ਵੱਲੋਂ ਤੁਸੀਂ ਜਿਵੇਂ ਕਿ ਗੱਲ ਕਰਦੇ ਹੋ ਕਿ ਲਿਖਤੀ ਵੀ ਤੇ ਕੰਪਲੇਂਟਾਂ ਵੀ ਦਿੱਤੀਆਂ ਪਈਆਂ, ਪਰ
ਉਹਨਾਂ ਦੇ ਉੱਤੇ ਕਾਰਵਾਈ ਕੀ ਹੋਈ ਹੈ ਜ਼ਿਲ੍ਹਾ ਪ੍ਰਸ਼ਾਸਨ ਕੋਈ ਕਾਰਵਾਈ ਵੱਲੋਂ? ਨਹੀਂ ਹੋਈ ਜੀ, ਬਿਜਲੀ ਬੰਦਾ ਸਾਰਿਆਂ ਦਾ ਕੰਬੀਨੇਸ਼ਨ ਆ, ਬੜਾ ਲੈਣ ਦੇਣ ਹੈਗਾ, ਜੋ ਵੀ ਹੈਗਾ ਅਸੀਂ ਐਡਮਿਨਿਸਟ੍ਰੇਸ਼ਨ ਨੂੰ ਲਿਖ ਕੇ ਦਿੱਤਾ। ਉਹ ਬਿਲਕੁਲ ਜਿੱਦਾਂ ਕੁੰਭਕਰਨ ਦੀ ਨੀਂਦ ਸੁੱਤੇ ਹੋਏ ਆ, ਜਿਹੜੇ ਸਾਡੀ ਕੋਈ ਸੁਣਵਾਈ ਨਹੀਂ ਹੋਈ। ਪੁਲਿਸ ਨੂੰ ਅਸੀਂ ਅਪਰੋਚ ਕੀਤਾ, ਡੀਸੀ ਨੂੰ, ਐਡਮਿਨਿਸਟ੍ਰੇਸ਼ਨ ਨੂੰ, ਹਰ ਇੱਕ ਡਿਪਾਰਟਮੈਂਟ ਨੂੰ ਪੂਰੀ ਤਰ੍ਹਾਂ ਲਿਖ ਕੇ ਦਿੱਤਾ। ਸਰ ਤੁਸੀਂ ਇੱਥੇ ਗੱਲ ਇਹ ਵੀ ਕਰਦੇ ਕਿ ਪੋਲੀਟੀਕਲ ਪ੍ਰੈਸ਼ਰ ਪੋਲੀਟੀਕਲ ਪ੍ਰੈਸ਼ਰ ਮੇਰਾ ਪੋਲੀਟੀਕਲ ਇੰਟਰਫੇਰੈਂਸ ਕਹਿ ਲਓ, ਪ੍ਰੈਸ਼ਰ ਦੇ ਬਾਰੇ ਮੈਂ ਨਹੀਂ ਕਹਿ ਰਿਹਾ। ਜਦੋਂ ਅਸੀਂ ਅਪਰੋਚ ਕੀਤਾ ਤੇ ਸਾਡੇ ਦੇ ਉੱਤੇ ਪ੍ਰੈਸ਼ਰ ਪਾਇਆ ਗਿਆ ਕਿ ਜਿਹੜੇ ਤੁਹਾਡੀ ਉੱਪਰਲੇ ਸ਼ਾਪ ਦੇ ਉੱਪਰਲੇ ਪਾਸੇ ਜਿਨ੍ਹਾਂ ਨੇ ਇਨਕਰੋਚਮੈਂਟ ਕੀਤੀ ਹੈ, ਤੁਸੀਂ ਉਹਨਾਂ ਕੋਲ ਪੈਸੇ ਲੈ ਲਓ ਤੇ ਇਹਨਾਂ ਨੂੰ ਜਗ੍ਹਾ ਦੇ ਦਿਓ। ਫੋਰਸਫੁਲੀ ਸਾਨੂੰ ਫੋਰਸ ਕੀਤਾ ਗਿਆ ਕਿ ਤੁਸੀਂ ਇਹ ਪੈਸੇ ਲੈ ਲਓ ਇਹਨਾਂ ਕੋਲ ਸ਼ਾਪ ਦੇ ਜਿਹੜੇ ਉੱਪਰਲੇ ਪਾਸੇ ਇਨਕਰੋਚਮੈਂਟ। ਕੀ ਨਾਮ ਕੀ ਜੀ ਆਪਣਾ? ਮੇਰਾ ਨਾਮ ਤੇਜਿੰਦਰ ਸਿੰਘ ਸਹਾਇ ਹੈ ਜੀ, ਮੈਂ ਵੀ ਪਾਰਟਨਰ ਇਹਦੇ ਵਿੱਚ ਬਰਾਬਰ ਦਾ ਭਾਜੀ ਨਾਲ। ਠੀਕ ਹੈ ਜੀ। ਤਾਂ ਹੁਣ ਤੁਸੀਂ ਜਿਹੜੀ ਕਿ ਸਰਕਾਰ ਤੋਂ ਜਿਹੜੀ ਨਵੀਂ ਸਰਕਾਰ ਬਣੀ ਹੈ ਆਪ ਦੀ, ਤਾਂ ਇੱਥੋਂ ਕੀ ਉਮੀਦ ਲੈ ਕੇ ਮੈਡਮ ਕੋ ਅੱਜ ਕੇ? ਕੋਈ ਹੈ ਜੀ ਜਿਹੜੀ ਗੁੰਡਾਗਰਦੀ, ਇਨਕਰੋਚਮੈਂਟ, ਦੂਜਿਆਂ ਦੀ ਪ੍ਰਾਪਰਟੀ ਦੇ ਉੱਤੇ ਕਬਜ਼ੇ ਕਰਨੇ, ਇਹ ਬੜੇ ਸਾਲ ਹੋ ਗਏ ਆ। ਕਪੂਰਥਲੇ ਦੀ ਜਨਤਾ ਤਾਂ ਖਾਸ ਕਰਕੇ ਪਿਸ ਰਹੀ ਆ। ਉਹਦੀ ਐਗਜ਼ਾਮਪਲ ਤੁਸੀਂ ਇਸ ਤੋਂ ਵੱਡੀ ਐਗਜ਼ਾਮਪਲ ਦੇ ਨਹੀਂ ਸਕਦੇ ਕਪੂਰਥਲੇ ਦੇ ਵਿੱਚ ਕਿ ਐਡਾ ਵੱਡਾ ਇੱਕ ਤੁਹਾਨੂੰ ਸ਼ਰੇਆਮ ਕਿਸੇ ਨੂੰ ਕੋਈ ਤੁਹਾਨੂੰ ਇੱਥੇ ਇੰਨੀ ਸ਼ਾਪ ਦੇ ਵਿੱਚ ਤੁਸੀਂ ਮੈਡਮ ਗਏ, ਕਿਸੇ ਇੱਕ ਨੇ ਤੁਹਾਨੂੰ ਕਿਹਾ ਕਿ ਨਹੀਂ ਅਸੀਂ ਇਸ ਤੋਂ ਵੱਧ ਸਾਨੂੰ ਸ਼ਾਪ ਵੱਧ ਦਿੱਤੀ ਗਈ ਹੈ? ਹਰ ਬੰਦਾ ਕਹਿੰਦਾ ਕਿ ਹਾਂਜੀ ਸਾਈ ਦੇ ਜੋ ਅਸੀਂ ਸੱਚਾਈ ਦੀ ਲੜਾਈ ਲੜਦੇ ਹਾਂ। ਐਡਮਿਨਿਸਟ੍ਰੇਸ਼ਨ ਨੂੰ ਪੂਰਾ ਫੀਡਬੈਕ ਦਿੰਦੇ ਰਹੇ ਕਿ ਬਿਲਡਿੰਗ ਅਨਸੇਫ ਨਾ ਹੋ, ਕੱਲ੍ਹ ਨੂੰ ਕੋਈ 19-21 ਹੋ ਗਈ, ਕੋਈ ਬਿਲਡਿੰਗ ਕਲੈਪਸ ਕਰ ਗਈ, ਸਾਡੀ ਜ਼ਿੰਮੇਵਾਰੀ ਕੋਈ ਨਹੀਂ, ਐਡਮਿਨਿਸਟ੍ਰੇਸ਼ਨ ਦੀ ਜ਼ਿੰਮੇਵਾਰੀ ਔਨ ਰਿਕਾਰਡ ਹੈ। ਅੱਜ ਤੁਸੀਂ ਮੈਡਮ ਜਿਹੜੇ ਕਿ ਹਲਕਾ ਇੰਚਾਰਜ ਮੰਜੂ ਰਾਣਾ ਜੀ ਕੋ ਨਾਲ ਵੀ ਆਏ ਆ, ਮੌਕਾ ਵੀ ਦਿਖਾਇਆ ਹੋਇਆ, ਤਾਂ ਕੀ ਆਸ ਕਰਦੇ ਕਿ ਜਿਹੜੇ ਕਿ ਇਨਸਾਫ ਲਈ ਕਿੱਦਾਂ ਦੀ ਆਸ ਕਰਦੇ ਮੈਡਮ ਕੋ? ਮੈਂ ਤਾਂ ਪਹਿਲੀ ਗੱਲ ਇਹ ਕਹੂੰਗਾ, ਮੈਡਮ ਦੀ ਬੜੀ ਅੱਛੀ ਆਪਣੀ ਰੈਪੂਟੇਸ਼ਨ ਬਣਾਈ ਹੈ, ਉਹਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਅੱਜ ਇਹਨਾਂ ਕੋਲ ਪਹਿਲੀ ਵਾਰੀ ਗਏ ਹਾਂ। ਔਰ ਮੈਨੂੰ ਬੜੀ ਖੁਸ਼ੀ ਹੋਈ ਪਰਸਨਲੀ, ਮੈਂ ਕਹੂੰਗਾ ਕਿ ਮੈਡਮ ਇੰਨੇ ਕੁਇਕ, ਮਤਲਬ ਉਸ ਵੇਲੇ ਕਹਿੰਦੇ ਚਲੋ ਜੀ ਹੁਣੇ ਚੱਲਦੇ ਹਾਂ, ਇਫੈਕਟ ਆ ਕਹਿੰਦੇ ਹੁਣੇ ਚਲੋ ਜੀ ਹੁਣੇ ਚੱਲਦੇ ਹਾਂ। ਔਰ ਇਸ ਤੋਂ ਵਧੀਆ ਮੈਂ ਮਤਲਬ ਐਪਰੀਸ਼ੀਏਸ਼ਨ ਕੁਛ ਨਹੀਂ ਕਹਿ ਸਕਦਾ ਕਿ ਇੱਦਾਂ ਦੇ ਮੈਡਮ ਵਰਗੇ ਮਤਲਬ ਨੇਕ ਦਿਲ ਇਨਸਾਨੀਅਤ ਦੀ ਸਾਨੂੰ ਕਬੂਤਰ ਦੀ ਲੋੜ ਆ, ਤਾਂ ਕਿ ਜਿਹੜੀ ਪਿੱਛੇ ਗੁੰਡਾਗਰਦੀ ਹੋ ਗਈ ਉਹਨੂੰ ਉਹਦੇ 'ਤੇ ਠੱਲ ਪਾਈ ਜਾਵੇ। ਤੇ ਸਾਡੀ ਇਹੀ ਰਿਕੁਆਇਰਮੈਂਟ ਕਿ ਅਸੀਂ ਜਸਟੀਫਿਕੇਸ਼ਨ ਚਾਹੁੰਦੇ ਹਾਂ, ਅਸੀਂ ਨਹੀਂ ਚਾਹੁੰਦੇ ਕਿਸੇ ਨਾਲ ਨਜਾਇਜ਼, ਪਰ ਸਾਡੇ ਨਾਲ ਜਿਹੜੀ ਨਜਾਇਜ਼ ਹੋਈ ਉਹਦਾ ਫੈਸਲਾ ਕਰਾਇਆ ਜਾਵੇ। ਪਿਛਲੇ ਸਮੇਂ ਵਿੱਚ ਹੋਈ ਗੁੰਡਾਗਰਦੀ ਤੇ ਕਰੋਚਮੈਂਟ ਦਾ ਕਿਹਨੂੰ ਜ਼ਿੰਮੇਵਾਰ ਮੰਨਦੇ ਤੁਸੀਂ? ਐਡਮਿਨਿਸਟ੍ਰੇਸ਼ਨ ਨੂੰ ਵੀ ਆ, ਪੋਲੀਟੀਕਲ ਜਿਹੜੇ ਰਹੇ ਆ ਉਹ ਵੀ ਵਿੱਚ ਹੀ ਜ਼ਿੰਮੇਵਾਰ ਆ। ਹੋਰ ਮੈਂ ਕੋਈ ਕਿਸੇ ਦਾ ਨਾਂ ਘੁਆਉਣਾ ਚਾਹੁੰਦੇ ਤਾਂ ਉਹ ਵੀ ਕਹਿ ਦਿੰਦੇ ਕੋਈ ਗੱਲ ਨਹੀਂ, ਪਰ ਅਸਲੀਅਤ ਇਹੀ ਹੈ। ਪਰ FIR ਦੀ ਲੌਜ ਹੋਈ ਸਾਡੀ, ਕਿਹਨੂੰ ਜ਼ਿੰਮੇਵਾਰ ਮੰਨਦੇ? FIR ਇੱਕ ਲੌਜ ਹੋਈ ਹੈ ਜੀ, ਇੱਕ FIR ਹੋਈ ਆ, ਉਹ ਵੀ ਨਾ ਹੋਇਆ ਵਰਗੀ ਸੀ। ਨਾ ਵਰਗਿਆ ਜੀ ਟ੍ਰੈਸਪਾਸਿੰਗ ਦੇ ਨਾਲ ਸਿੰਗਲ ਧਾਰਾ ਲਾ ਕੇ, ਜਦ ਕਿ ਇਹਦੇ ਉੱਤੇ ਹੋਰ ਬੜੀ ਧਾਰਾ ਲੱਗਦੀ ਹੈ, ਰੌਂਗਫੁਲ ਲਾਸ, ਰੌਂਗਫੁਲ ਗੇਨ, ਬੜੀ ਤਰ੍ਹਾਂ ਦੀ ਧਾਰਾਵਾਂ ਲੱਗਦੀਆਂ ਵਾ। ਟ੍ਰੈਸਪਾਸਿੰਗ 426, 427 ਬੜਾ ਕੁਝ ਲੱਗਦਾ ਵਾ। ਬਸ ਇੱਕ ਨਾਂ ਮਾਤਰ ਦਿਖਾਵੇ ਦੇ ਤੌਰ ਤੇ ਦੋ ਬੰਦਿਆਂ ਦਾ ਨਾਂ ਹਟਾ ਕੇ ਖਾਲੀ ਇੱਕ ਬੰਦੇ ਨੂੰ, ਤਾਂ ਕਿ ਉਹ ਵੀਕ ਪੈ ਜੇ FIR, ਉਹਨੂੰ ਇੱਕ ਸਿੰਗਲ FIR ਕਰਕੇ 447 ਛੱਡ ਦਿੱਤੀ ਗਈ। ਜਦ ਕਿ ਦੋ ਬੰਦਿਆਂ ਦੀ ਜਿਹੜੀ ਐਪਲੀਕੇਸ਼ਨ ਸੀਗੀ, ਜਿਹੜੀ ਕੰਪਲੇਂਟ ਸੀ, ਉਹ ਦੋ ਬੰਦਿਆਂ ਦੇ ਨਾਂ ਤੇ ਸੀ, ਤੇ ਬਸ ਉਹਨਾਂ ਨੇ ਸਿੰਗਲ ਬੰਦੇ ਦੇ ਨਾਂ ਤੇ ਕਿ ਬਾਈ ਚਾਂਸ ਅਗਲਾ ਟੋਟਲ ਪੈਸੇ ਖਾਤੇ ਗਏ। ਨਹੀਂ, ਕਹਿਣ ਦਾ ਮਤਲਬ ਕਿ ਜਿਹੜੇ ਕਿ ਨਗਰ ਨਿਗਮ ਵੱਲੋਂ ਕੰਪਲੇਂਟ FIR ਦਰਜ ਵੀ ਕਰਾਈ ਪਈ ਨਗਰ ਨਿਗਮ ਵੱਲੋਂ ਨਹੀਂ ਹੋਈ ਜੀ, ਨਹੀਂ ਨਗਰ ਕੌਂਸਲ ਵੱਲੋਂ, ਨਗਰ ਕੌਂਸਲ ਵੱਲੋਂ ਵੀ ਨਹੀਂ ਹੋਈ ਜੀ, ਕੋਈ ਐਕਸ਼ਨ ਹੀ ਨਹੀਂ ਲਿਆ ਗਿਆ ਉਹਨਾਂ ਵੱਲੋਂ ਜੀ, ਉਹਨਾਂ ਨੇ ਐਕਸ਼ਨ ਨਹੀਂ ਲਿਆ, ਕੋਈ ਐਕਸ਼ਨ ਹੀ ਨਹੀਂ ਲਿਆ। FIR ਸਾਡੇ ਵੱਲੋਂ ਰਿਕੁਐਸਟ ਸੀਗੀ, ਸਾਡੀ ਕੰਪਲੇਂਟ ਸੀਗੀ ਪੁਲਿਸ ਨੂੰ। ਅੱਛਾ, ਉਹ ਖਾਨਾਪੁਰਤੀ ਸਹੀ ਜਵਾਬ। ਬਸ ਉਹ ਲੇਪਾ ਲੁਪੀ ਹੋਈ ਹੈ, ਬਸ ਪਹੁੰਚ ਦਿੱਤੀ ਗਈ ਹੈ। ਸਾਡੇ ਧਿਆਨ 'ਚ ਕੱਲ੍ਹ ਆਇਆ ਹੈਗਾ ਕਿ ਉੱਥੇ ਕੁਝ ਇੰਕਰੋਚਮੈਂਟਸ ਹੋਈਆਂ ਤੇ ਕੁਝ ਐਲੀਜਡਲੀ ਇਲੀਗਲ ਕਹਿ ਰਹੇ ਹੈਗੇ ਕੋਈ ਬਿਲਡਿੰਗ ਬਣਦੀ ਪਈ ਹੈ। ਕੱਲ੍ਹ ਆਈ ਹੈਵ ਸਪੋਕਨ ਟੂ ਟਾਊਨ ਪਲਾਨਰ ਦੇ ਨਾਲ ਗੱਲ ਕਰ ਲਈ ਹੈਗੀ ਹੈ ਤੇ ਆਪਾਂ ਉਸ 'ਤੇ ਕਾਰਵਾਈ ਕਰਾਂਗੇ, ਜੇ ਉਹ ਸਹੀ ਪਾਈ ਜਾਂਦੀ ਹੈ ਤਾਂ ਉਸ 'ਤੇ ਕਾਰਵਾਈ। ਤਾਂ ਸਰ ਇਸ ਤੋਂ ਇਲਾਵਾ ਕਿ ਕਰੋਚਮੈਂਟ ਦੀ ਜਿਹੜੀ ਕਿ ਸਮੱਸਿਆ ਸ਼ਹਿਰ ਦੀ ਵੀ ਹੈਗੀ? ਦੇਖੋ, ਜਿਹੜੀ ਰੇਹੜੀਆਂ ਦੀ ਇੰਕਰੋਚਮੈਂਟ ਹੈਗੀ ਹੈ ਉਸ 'ਤੇ ਆਪਾਂ ਆਈ ਥਿੰਕ ਵਿਦਿਨ ਦਿਸ ਵੀਕ ਜਾਂ ਨੈਕਸਟ ਵੀਕ ਸਟਾਰਟਿੰਗ ਦੇ ਵਿੱਚ ਆਪਾਂ ਕਾਰਵਾਈ ਸ਼ੁਰੂ ਕਰਨ ਲੱਗੇ ਹਾਂ। ਮੇਰੇ ਕੋਲ ਲਿਸਟ ਆ ਗਈ ਹੈਗੀ ਹੈ ਕਿ ਕਿਹੜੀ ਸੜਕਾਂ ਜਿਹੜੀਆਂ ਹੈਗੀਆਂ ਬਹੁਤ ਜ਼ਿਆਦਾ ਕੰਜੈਸਟਡ ਹੋ ਚੁੱਕੀਆਂ ਹੈ, ਠੀਕ ਹੈ, ਵੱਖ-ਵੱਖ ਕਾਰਨਾਂ ਕਰਕੇ। ਉਹ ਲਿਸਟ ਸਾਡੇ ਕੋਲ ਤਿਆਰ ਹੋ ਗਈ ਹੈ ਤੇ ਅਸੀਂ ਇੱਕ ਕਰਕੇ ਕਾਰਵਾਈ ਸ਼ੁਰੂ ਕਰ ਲੈਣੀ ਹੈ। ਇਹਦੇ ਵਿੱਚ ਆਪਾਂ ਪੁਲਿਸ ਤੇ ਲੋਕਲ ਐਡਮਿਨਿਸਟ੍ਰੇਸ਼ਨ ਦਾ ਸਪੋਰਟ ਲਾਂਗੇ। ਸਰ, ਜਿਹੜੀ ਕਿ ਕੱਲ੍ਹ ਦੀ ਮਤਲਬ ਕਿ ਕੰਪਲੈਕਸ ਦੀ ਗੱਲ ਕਰੀਏ ਤਾਂ ਉੱਥੇ ਜਿਹੜੇ ਕਿ ਨਕਸ਼ੇ ਦੀ ਵੀ ਗੱਲ ਕੀਤੀ ਕਿ ਨਕਸ਼ੇ ਵੀ ਪਾਸ ਨਹੀਂ ਹੈਗੇ, ਬਿਨਾਂ ਨਕਸ਼ੇ ਤੋਂ ਵੀ ਦੇਖੋ, ਜਿਹੜੀ ਚੀਜ਼ ਹੁੰਦੀ ਹੈ ਨਕਸ਼ੇ ਤੋਂ ਬਿਨਾਂ ਕੋਈ ਚੀਜ਼ ਉਸਾਰੀ ਕਰ ਰਹੀ ਹੋਏ ਜਾਂ ਕੋਈ ਬੰਦਾ ਕਰ ਲਈ ਹੋਏ, ਉਹ ਬਿਲਡਿੰਗ ਨੂੰ ਸੀਲ ਤੇ ਡਿਮੋਲਿਸ਼ ਕਰਨ ਦੀ ਪ੍ਰੋਵੀਜ਼ਨ ਹੁੰਦੀ ਹੈ। ਇਹ ਮੈਂ ਕੱਲ੍ਹ ਆਰਡਰਸ ਦਿੱਤੇ ਹੈਗੇ ਟਾਊਨ ਪਲਾਨਰ ਨੂੰ, ਜੇ ਚੀਜ਼ ਪਾਈ ਜਾਂਦੀ ਹੈ ਇਹਨੂੰ ਆਪਾਂ ਇਮੀਡੀਏਟਲੀ
ਆਪਾਂ ਸੀਲ ਕਰਾ ਦਾਂਗੇ ਜੇ ਸਹੀ ਪਾਈ ਜਾਂਦੀ ਹੈ।